1907 दोस्तों लैके खुशियां आया, किशन सिंह दे करे सूरमा भगत सिंह सी जाया। मेरे लिए बहुत तसल्ली की गल है कि मेरे बड़े वीर कांवड़ प्रेम दे सपुत्र रविंद्रपाल राजू ते राणा ने पिछले साल वांग ऐतकी भी शहीद आजम सरदार भगत सिंह होरां दा 114वां जन्मदिन मनाउण वास्ते जगराओं दे विच शहीद भगत सिंह क्लब वालों समागम रचाया। मैं बचपन तो इन्हां बच्चों के अंग संग हाँ, क्योंकि मैं जगराओं जदों हुंदा सी तां उन्हां वक्तां च कांवड़ प्रेम, ओम प्रकाश छत्रे जी और होर मेहरबान जिहड़े उन्हां वक्तां दे उत्थे सी सा गुरचरण सिंह गालिब, इन्हां दी छत्र छाया थल्ले इन्हां दी मुहब्बत सदका मैं इत्थों दी समाजिक जिंदगी विच अपने आप नूं बड़ा सुभागे अंदाज च जीविया। शहीद भगत सिंह होरां दे मुहब्बतनामे विच लोग पहले दिनों शामिल सी और लोग जिस ढंग नाल उन्हां दा जन्मदिन मनाउंदे ने, बरसी मनाउंदे ने, वो अपने आप विच ही मिसाल है। और अज 28 सितंबर नूं जदों असीं उन्हां नूं याद कर रहे हैं तो सानूं वो धरती याद आ रही है, लालपुर जिसनूं फैसलाबाद कहिंदे ने, जिथे उन्हां दा जन्म होया, पिंड बंगा ਚੱਕ नंबर 105 ਦੇ ਵਿੱਚ। उन्हां दादा जी सर अर्जन सिंह लगभग सवा सदी पहलां ही नवां शहर जिहड़ा हुण ਜ਼ਿਲ੍ਹਾ बन गया इत्थों दे खटकड़ कलां पिंड तो उत्थे चले गए सी। और 1907 ਵਿੱਚ ਸਰਦਾਰ ਭਗਤ ਸਿੰਘ ਦਾ ਜਨਮ ਹੁੰਦਾ ਜਦ, ਤਾਂ ਇਹਨਾਂ ਦੇ ਪਰਿਵਾਰ ਉੱਤੇ ਆਰੀਆ ਸਮਾਜ ਦਾ ਅਸਰ ਬਹੁਤ ਪੈ ਚੁੱਕਿਆ ਸੀ। ਨਾਲ ਦੀ ਨਾਲ ਉਹ ਕਾਂਗਰਸ ਵਿੱਚ ਵੀ ਸਰਗਰਮ ਮੈਂਬਰ ਸਨ। ਦਾਦਾ ਜੀ ਵੈਦਗੀ ਦਾ ਕੰਮ ਵੀ ਜਾਣਦੇ ਸੀ ਤੇ ਸਮਾਜਿਕ ਜ਼ਿੰਦਗੀ ਕਰਕੇ ਉਹਨਾਂ ਤਿੰਨੇ ਪੁੱਤਰ ਹੀ ਸਰਦਾਰ ਕਿਸ਼ਨ ਸਿੰਘ ਵੀ, ਸਰਦਾਰ ਅਜੀਤ ਸਿੰਘ ਔਰ ਸਰਦਾਰ ਸਵਰਨ ਸਿੰਘ ਤਿੰਨੇ ਆਜ਼ਾਦੀ ਸੰਘਰਸ਼ ਵਿੱਚ ਰੁੱਝੇ ਹੋਏ ਸੀ। ਔਰ ਜਿਸ ਵਕਤ ਪਗੜੀ ਸੰਭਾਲੋ ਜੱਟਾ ਲਹਿਰ ਦੀ ਅਗਵਾਈ ਕਰ ਰਹੇ ਸਨ ਸਰਦਾਰ ਅਜੀਤ ਸਿੰਘ, ਤਾਂ ਇੱਕ ਇਨਕਲਾਬੀ ਵਾਂਗ ਜੀ ਰਹੇ ਇਸ ਪਰਿਵਾਰ ਦੇ ਨਿੱਕੇ ਪੁੱਤਰ ਸਵਰਨ ਸਿੰਘ ਹੋਰੀ ਵੀ ਜੁਟੇ ਹੋਏ ਸੀ। ਸ਼ਹੀਦ ਭਗਤ ਸਿੰਘ ਦਾ ਜਨਮ ਹੁੰਦਾ ਤਾਂ ਘਰ ਦਾ ਮਾਹੌਲ ਅੰਦਾਜ਼ਾ ਆਪ ਲਾ ਲਓ ਕਿ ਕੀ ਹੋਵੇਗਾ ਜਦੋਂ ਦੋ ਚਾਚੇ ਜੇਲ੍ਹਾਂ 'ਚ ਨੇ, ਬਾਪ ਪੈਰਵੀ ਕਰ ਰਿਹਾ, ਦਾਦਾ ਬੁਢਾਪੇ ਦੀ ਉਮਰ 'ਚ ਹੈ। ਔਰ ਉਸ ਵਕਤ ਜਦ ਇਹ ਖਬਰ ਮਿਲੀ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ, ਤਾਂ ਉਹਨਾਂ ਦਿਨਾਂ ਦੇ ਵਿੱਚ ਹੀ ਇੱਕ ਖੁਸ਼ੀ ਦੀ ਲਹਿਰ ਘਰ ਦੇ ਵਿੱਚ ਆਉਂਦੀ ਹੈ। ਔਰ ਜਿਹੜੀਆਂ ਨਿਆਸਰੀਆਂ ਚਾਚੀਆਂ ਮਾਤਾ ਹਰਨਾਮ ਕੌਰ ਜਿਹੜੇ ਸਰਦਾਰ ਅਜੀਤ ਸਿੰਘ ਦੀ ਪਤਨੀ ਸਨ, ਉਹਨਾਂ ਵਾਸਤੇ ਖੁਸ਼ੀ ਦਾ ਮੁਕਾਮ ਇਹੀ ਸੀ ਕਿ ਘਰ ਵਿੱਚ ਇੱਕ ਲਾਲ ਆਇਆ, ਪੁੱਤਰ ਆਇਆ। ਪਰ ਉਸ ਪੁੱਤਰ ਨੇ ਜਾਨ ਨਿਸ਼ਾਵਰ ਕਰਕੇ ਕਿਸ ਕਿਸਮ ਦੀ ਮਨਮੱਤੀ ਵਿਰਾਸਤ ਦੇਣੀ ਹੈ ਇਸ ਧਰਤੀ ਨੂੰ, ਉਸ ਗੱਲ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ। ਸਾਡੇ ਵਾਸਤੇ ਉਸ ਮਾਹੌਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਿਵੇਂ ਸਰਦਾਰ ਕਿਸ਼ਨ ਸਿੰਘ ਜੀ ਨੇ, ਸਰਦਾਰ ਭਗਤ ਸਿੰਘ ਦੇ ਪਿਤਾ ਜੀ ਨੇ ਆਪਣੇ ਪੁੱਤਰਾਂ ਦੀ ਪਰਵਰਿਸ਼ ਕੀਤੀ। ਔਰ ਜਦੋਂ ਕਹਿੰਦੇ ਨੇ ਕਿ ਜਨੇਊ ਪਾਉਣ ਦੀ ਰਸਮ ਜਿਹੜੀ ਆਰੀਆ ਸਮਾਜੀ ਜ਼ਿੰਦਗੀ 'ਚ ਬੜੀ ਜ਼ਰੂਰੀ ਸੀ, ਯਗਪ੍ਰੀਤ ਜਿਹਨੂੰ ਕਹਿੰਦੇ ਨੇ, ਬਾਬਾ ਅਰਜਨ ਸਿੰਘ ਹੋਰਾਂ ਨੇ ਕੀਤੀ ਆਪਣੇ ਪੋਤਰਿਆਂ ਦੀ, ਭਗਤ ਸਿੰਘ ਦੀ, ਜਗਤ ਸਿੰਘ ਦੀ, ਤਾਂ ਸਿਰ 'ਤੇ ਹੱਥ ਰੱਖ ਕੇ ਆਖਿਆ ਕਿ ਇਹ ਵੀ ਕੌਮ ਦੀ ਅਮਾਨਤ ਨੇ, ਦੋਵੇਂ ਮੇਰੇ ਪੋਤਰੇ ਵੀ। ਔਰ ਜਗਤ ਸਿੰਘ ਦੀ ਉਮਰ ਤਾਂ ਨਿੱਕੀ ਸੀ ਜਦੋਂ ਉਹ ਸੁਰਗਵਾਸ ਹੋ ਗਏ, ਪਰ ਭਗਤ ਸਿੰਘ ਨੇ ਆਪਣੇ ਦਾਦੇ ਦਾ ਇਕਰਾਰ ਨਿਭਾਇਆ ਔਰ ਉਸ ਇਕਰਾਰ ਨੂੰ ਨਿਭਾਉਂਦਿਆਂ ਹੀ ਉਹਨਾਂ ਨੇ ਆਪਣੀ ਜਾਨ 23 ਮਾਰਚ 1931 ਨੂੰ ਨਿਸ਼ਾਵਰ ਕੀਤੀ ਦੂਸਰੇ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ। ਪਹਿਲਾਂ ਲਾਲਪੁਰ 'ਚ, ਫਿਰ ਲਾਹੌਰ 'ਚ ਪੜ੍ਹਾਈ ਪੜ੍ਹਦਿਆਂ, ਬਾਅਦ 'ਚ ਨੈਸ਼ਨਲ ਕਾਲਜ ਲਾਹੌਰ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਦਿਆਂ, ਇਨਕਲਾਬੀ ਸਰਗਰਮੀਆਂ ਕਰਦਿਆਂ ਉਹਨਾਂ ਇੱਕ ਲਹਿਰ ਦਾ ਉਸਾਰ ਕੀਤਾ ਔਰ ਕਲਕੱਤਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਦੇ ਇਨਕਲਾਬੀਆਂ ਨਾਲ ਜੋੜਿਆ।
ਉਹਨਾਂ ਦੀ ਨਿੱਕੀ ਭੈਣ ਬੀਬੀ ਅਮਰ ਕੌਰ ਹੋਰੀ ਅਕਸਰ ਦੱਸਿਆ ਕਰਦੇ ਸੀ, ਜਿਨ੍ਹਾਂ ਨੂੰ ਮਿਲਣ ਦਾ ਸੁਭਾਗ ਮੈਨੂੰ ਹਾਸਲ ਹੋਇਆ, ਕਿ ਭਗਤ ਸਿੰਘ ਪਹਿਲੇ ਦਿਨ ਤੋਂ ਹੀ ਆਪਣੇ ਆਪ ਨੂੰ ਸਮਰਪਿਤ ਕਰੀ ਬੈਠਾ ਸੀ ਉਸ ਅਜ਼ਮ ਨਾਲ, ਜਿਸ ਅਜ਼ਮ ਨੇ ਉਸ ਨੂੰ ਸ਼ਹਾਦਤ ਤੱਕ ਪਹੁੰਚਾਇਆ। ਇਹ ਵੀ ਪਤਾ ਲੱਗਦਾ ਹੈ ਕਿ ਬਚਪਨ ਦੇ ਵਿੱਚ ਜਦੋਂ ਸਰਗਰਮੀਆਂ ਇਨਕਲਾਬੀ ਸ਼ੁਰੂ ਹੋਈਆਂ ਤਾਂ ਹਰ ਬਾਬਲ ਦਾ ਜੀਅ ਕਰਦਾ ਕਿ ਮੇਰਾ ਪੁੱਤਰ ਇਸ ਰਾਹ ਨਾ ਤੁਰੇ। ਔਰ ਮਹਿਤਾ ਆਨੰਦ ਕਿਸ਼ੋਰ ਵਕੀਲ ਸਨ ਲਾਹੌਰ ਦੇ ਵਿੱਚ, ਜਿਨ੍ਹਾਂ ਨੇ ਪਹਿਲੇ ਕੇਸ ਦੀ ਪੈਰਵੀ ਕੀਤੀ ਇਹਨਾਂ ਦੀ ਦੁਸਹਿਰਾ ਬੰਬ ਕੇਸ ਵਾਲੇ 'ਚ। ਉਹਨਾਂ ਨੇ ਕਿਹਾ ਕਿ ਇਸ ਨੂੰ ਕਿਸੇ ਕੰਮ 'ਚ ਪਾ ਦੇ, ਤੇ ਖਾਸਰੀਆਂ ਝੁੱਗੀਆਂ ਪਿੰਡ ਲਾਗੇ ਲਾਹੌਰ ਦੇ, ਉੱਥੇ ਇਹਨਾਂ ਨੂੰ ਇੱਕ ਡੇਅਰੀ ਫਾਰਮ ਬਣਾ ਦਿੱਤਾ ਗਿਆ। ਉਸ ਡੇਅਰੀ ਫਾਰਮ ਤੇ ਜਿਹੜੇ ਕਾਮੇ ਰੱਖੇ, ਇੱਕ ਟਾਂਗਾ ਦੁੱਧ ਧੋਣ ਲਈ ਰੱਖ ਲਿਆ। ਤਾਂ ਸਰਦਾਰ ਭਗਤ ਸਿੰਘ ਨੇ ਉਹਨਾਂ ਰਜਵਾਂ ਦੁੱਧ ਪਿਆ ਕੇ, ਐਕਸਰਸਾਈਜ਼ ਕਰਵਾ ਕੇ, ਕਬੱਡੀ ਸ਼ਾਮ ਨੂੰ ਖੇਡਦਿਆਂ ਖਿਡਾਉਂਦਿਆਂ ਜਦ ਥੱਕ ਟੁੱਟ ਜਾਂਦੇ ਸੀ ਤੇ ਆਪ ਸਾਈਕਲ ਚੱਕਣ ਦੇ ਆ ਕੇ ਆਪਣੇ ਇਨਕਲਾਬੀਆਂ ਦੀਆਂ ਮੀਟਿੰਗਾਂ ਸ਼ਾਮਲ ਹੋ ਜਾ ਕਰਨਾ। ਬਚਪਨ ਬੜਾ ਖਲੰਦੜਾ ਸੀ। ਬਚਪਨ 'ਚ ਉਹ ਸਾਖੀ ਜਿਹੜੀ ਬਲਵੰਤ ਗਾਰਗੀ ਹੋਰਾਂ ਨੇ ਲੇਖ ਲਿਖਿਆ, ਜਿਸ 'ਚ ਕਿਹਾ ਕਿ ਨਿੱਕੇ ਨਿੱਕੇ ਤੀਲੇ ਬੀਜਦਾ ਭਗਤ ਸਿੰਘ। ਜਦੋਂ ਕੋਈ ਪੁੱਛਦਾ ਕਿ ਕੀ ਕਰ ਰਿਹਾ ਤਾਂ ਉਹ ਕਹਿੰਦੇ ਕਿ ਮੈਂ ਬੰਦੂਕਾਂ ਬੀਜ ਰਿਹਾ। ਇਹ ਗੱਲ ਵੀ ਲੁਕੀ ਛਿਪੀ ਨਹੀਂ ਕਿ 8 ਸਾਲ ਦੀ ਉਮਰ ਸੀ ਜਦੋਂ ਪਹਿਲੀ ਵਾਰ ਜੈਤੋਵਾਲ ਨੂੰ ਜਾਂਦੇ ਮੋਰਚਿਆਂ ਦੇ ਜਿਹੜੇ ਉਸ ਵਕਤ ਦੇ ਇਨਕਲਾਬੀ ਸੱਤਿਆਗ੍ਰਹੀ ਸੀ, ਉਹਨਾਂ ਲੰਗਰ ਛਕਾਉਣ ਦੀ ਵੀ ਹਿੰਮਤ ਕੀਤੀ। ਔਰ ਉਹ ਆਪਣੇ ਆਪ 'ਚ ਨਾਬਰੀ ਸੀ, ਉਸ ਵਕਤ ਦੀ ਬਹੁਤ ਵੱਡੀ ਨਾਬਰੀ ਸੀ। ਔਰ ਭਗਤ ਸਿੰਘ ਹੋਰਾਂ ਨੇ ਉਹ ਆਪਣੇ ਪਰਿਵਾਰ ਦੀ ਲਕੀਰ ਨੂੰ ਗੂੜੀ ਕਰਦਿਆਂ ਉਹ ਖਟਕੜ ਕਲਾਂ ਦੇ ਵਿੱਚ ਉਹ ਜ਼ਿੰਮੇਵਾਰੀ ਨਿਭਾਈ। ਇਹ ਵੀ ਮਿਸਾਲ ਲੱਭਦੀ ਹੈ ਕਿ ਜਦੋਂ 1919 ਦੇ ਵਿੱਚ, ਜਦੋਂ ਉਮਰ ਇਹਨਾਂ ਸਿਰਫ ਅਜੇ 12 ਸਾਲ ਸੀ, ਤਾਂ ਸਕੂਲ ਦੇ ਹੋਸਟਲ 'ਚੋਂ ਆ ਕੇ ਲਾਹੌਰੋਂ ਜਲਿਆਂਵਾਲੇ ਬਾਗ ਦੀ ਖੂਨ ਨਾਲ ਰੱਤੀ ਮਿੱਟੀ ਨੂੰ ਇੱਕ ਸ਼ੀਸ਼ੀ 'ਚ ਭਰ ਕੇ ਲੈ ਗਏ ਔਰ ਉਮਰ ਭਰ ਆਪਣੇ ਕੋਲ ਰੱਖਿਆ। ਔਰ ਦੱਸਿਆ ਜਾਂਦਾ ਕਿ ਉਹੀ ਮਿੱਟੀ ਅਜੇ ਤੱਕ ਵੀ ਉਹ ਸ਼ੀਸ਼ੀ ਵਿੱਚ ਪਈ ਹੋਈ ਪਰਿਵਾਰ ਨੇ ਖਟਕੜ ਕਲਾਂ ਦੇ ਅਜਾਇਬ ਘਰ 'ਚ ਰੱਖੀ ਹੋਈ ਹੈ। ਅਨੰਤ ਕਹਾਣੀਆਂ ਨੇ ਉਹ ਸੂਰਮੇ ਦੀਆਂ, ਜਿਹੜੀਆਂ ਸਾਨੂੰ ਨਿਸ਼ਾਨਦੇਹੀ ਦਿੰਦੀਆਂ ਨੇ ਕਿ ਜਿਨ੍ਹਾਂ ਨੇ ਨਿਸ਼ਚਾ ਧਾਰਿਆ ਹੁੰਦਾ ਉਹ ਜ਼ਿੰਦਗੀ ਨੂੰ ਕਦੇ ਸਾਡੇ ਵਾਂਗ ਨਹੀਂ ਵਰਤਦੇ ਖਰਚਦੇ। ਉਹਨਾਂ ਦਾ ਰਾਹ ਵੱਖਰਾ ਹੁੰਦਾ, ਅੰਦਾਜ਼ ਵੱਖਰਾ ਹੁੰਦਾ। ਅੰਗਰੇਜ਼ਾਂ ਦੀ ਲੁੱਟ ਕੇ ਛਾਉਣੀ ਐਸਾ ਕਦਰ ਮਚਾਊ ਕਰਕੇ ਵਤਨ ਆਜ਼ਾਦ ਸੂਰਮਾ ਲੋਕੋ ਯੁਗ ਪਲਟਾਊ ਕਰਕੇ ਵਤਨ ਆਜ਼ਾਦ ਸੂਰਮਾ ਲੋਕੋ ਯੁਗ ਪਲਟਾਊ। ਉਹ ਕੋਈ ਹਥਿਆਰਬੰਦ ਯੋਧਾ ਨਹੀਂ ਸੀ, ਸਿਰਫ ਉਹ ਇੱਕ ਪੜ੍ਹਿਆ ਲਿਖਿਆ ਇਨਕਲਾਬੀ ਸੀ, ਜਿਸ ਨੇ ਜਿੰਨੀਆਂ ਲਿਖਤਾਂ ਵੀ ਲਿਖੀਆਂ ਉਹ ਸਾਬਤ ਕਰਦੀਆਂ ਨੇ ਕਿ ਗਿਆਨ ਉਸ ਦੇ ਮੱਥੇ ਦਾ ਤੀਸਰਾ ਨੇਤਰ ਜਗਦਾ ਸੀ। ਔਰ ਜਿੰਨੀਆਂ ਵੀ ਪੁਸਤਕਾਂ ਉਸਨੇ ਪੜ੍ਹੀਆਂ ਮਰਦੇ ਦਮ ਤੱਕ, ਲਾਇਬ੍ਰੇਰੀ 'ਚੋਂ ਇਸ਼ੂ ਕਰਵਾਈਆਂ ਕਿਤਾਬਾਂ ਦੀ ਗਿਣਤੀ ਲਗਭਗ 485 ਸੀ। ਔਰ ਇਹ ਵੀ ਇੱਕ ਲੋਕ ਵਿਸ਼ਵਾਸ ਹੈ ਜਿਸ ਨੂੰ ਕਨਫਰਮ ਮੈਂ ਨਹੀਂ ਕਰ ਸਕਾਂਗਾ, ਪਰ ਦੱਸਿਆ ਜਾਂਦਾ ਕਿ ਜਿਸ ਦਿਨ ਫਾਂਸੀ ਵਾਸਤੇ ਉਹਨਾਂ ਨੂੰ ਲੈ ਕੇ ਜਾਣਾ ਸੀ, ਉਸ ਦਿਨ ਵੀ ਉਹ ਲੈਨਿਨ ਦੀ ਜੀਵਨੀ ਪੜ੍ਹ ਰਹੇ ਸੀ। ਔਰ ਜਦੋਂ ਲੈਣ ਵਾਸਤੇ ਆਏ ਜੇਲ੍ਹ ਦੇ ਅਧਿਕਾਰੀ, ਤਾਂ ਉਸ ਨੇ ਪੰਨਾ ਪਰਤਿਆ, ਮੋੜਿਆ। ਪੰਨਾ ਮੋੜ ਕੇ ਜਦੋਂ ਅਸੀਂ ਤੁਰਦੇ ਹਾਂ ਕਿਸੇ ਪਾਸੇ ਨੂੰ, ਤਾਂ ਇਸੇ ਲਈ ਤੁਰਦੇ ਹਾਂ ਨਾ ਕਿ ਇੱਥੋਂ ਆ ਕੇ ਅੱਗੇ ਪੜ੍ਹ ਲਵਾਂਗਾ। ਸੋ ਸਰਦਾਰ ਭਗਤ ਸਿੰਘ ਹੋਰਾਂ ਨੇ ਉਹ ਪੰਨਾ ਮੋੜਿਆ, ਜਿਸ ਨੂੰ ਅੱਗੋਂ ਪੜ੍ਹਨ ਦੀ ਜ਼ਿੰਮੇਵਾਰੀ ਨੌਜਵਾਨ ਪੀੜ੍ਹੀ ਦੀ ਹੈ। ਉਹ ਨੌਜਵਾਨ ਪੀੜ੍ਹੀ ਪਿਸਤੌਲ ਫੜਦੀ ਹੈ, ਕਿਤਾਬ ਫੜਦੀ ਹੈ। ਇਹ ਮਾਹੌਲ ਦੀ ਬਹੁਤ ਵੱਡੀ ਇੱਕ ਚੁਣੌਤੀ ਹੁੰਦੀ ਹੈ। ਔਰ ਦੁਖਾਂਤ ਇਹ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਪਿਸਤੌਲ ਤਾਂ ਚੰਗਾ ਲੱਗਦਾ, ਪਰ ਕਿਤਾਬ ਨਹੀਂ ਚੰਗੀ ਲੱਗਦੀ। ਸੋ ਮੈਂ ਤਾਂ ਇਹ ਕਹਾਂਗਾ ਕਿ ਜੇਕਰ ਅਸੀਂ ਜ਼ਿੰਦਗੀ ਦੇ ਸ਼ਾਹਸਵਾਰ ਬਣਨਾ, ਭਗਤ ਸਿੰਘ ਦੇ ਵਾਰਸ ਬਣਨਾ, ਤਾਂ ਭਗਤ ਸਿੰਘ ਹੋਵੇ ਜਾਂ ਉਸ ਦਾ ਇਸ਼ਟ ਕਰਤਾਰ ਸਿੰਘ ਸਰਾਭਾ ਹੋਵੇ, ਜਾਂ ਉਸ ਦਾ ਸਾਥੀ ਬਾਬਾ ਸੋਹਣ ਸਿੰਘ ਭਕਨਾ ਹੋਵੇ, ਜਾਂ ਉਸ ਦਾ ਮਗਰੋਂ ਉੱਤਰਾਧਿਕਾਰੀ ਸ਼ਹੀਦ ਊਧਮ ਸਿੰਘ ਹੋਵੇ, ਇਹਨਾਂ ਦੀਆਂ ਬਰਸੀਆਂ ਹੋਣ, ਜਨਮ ਦਿਨ ਹੋਣ, ਕੋਈ ਯਾਦਗਾਰੀ ਦਿਹਾੜਾ ਹੋਵੇ, ਤਾਂ ਸਾਨੂੰ ਕਿਤਾਬ ਦੇ ਲੜ ਲੱਗਣਾ ਚਾਹੀਦਾ, ਨਾ ਕਿ ਸਾਨੂੰ ਸਿਰਫ ਤੇ ਸਿਰਫ ਪਿਸਤੌਲ ਦੀ ਮਹਿਮਾ ਦੇ ਗਾਨ ਕਰਨੇ ਚਾਹੀਦੇ ਨੇ। ਮੁੱਛ ਤੇ ਹੱਥ ਸ਼ਾਇਦ ਹੀ ਕਦੇ
ਭਗਤ ਸਿੰਘ ਨੇ ਰੱਖਿਆ ਹੋਵੇ, ਪਰ ਜਿਹੜਾ ਚਿੱਤਰਕਾਰ ਨੇ ਸਾਨੂੰ ਤਸਵੀਰ ਦੇ ਦਿੱਤੀ ਉਹ ਮੁੱਛ ਤੇ ਹੀ ਹੱਥ ਹੈ। ਇਹ ਗੱਲ ਲੁਕੀ ਛਿਪੀ ਨਹੀਂ ਕਿ ਉਸ ਦੀ ਦਸਤਾਰ, ਉਸ ਦਾ ਪਹਿਰਾਵਾ, ਅੰਦਾਜ਼ ਬਿਨਾਂ ਹੱਥ ਰੱਖਿਆ ਵੀ ਮੁੱਛ ਤੇ ਹੱਥ ਰੱਖਣ ਵਾਲਾ ਸੀ। ਉਸ ਦਾ ਫੈਲਟ ਹੈਟ ਵੀ ਤੁਸੀਂ ਨੋਟ ਕਰੋਗੇ, ਇਹ ਸਾਰਾ ਕੁਝ ਉਸ ਦਾ ਰੂਪ ਬਦਲਣ ਦਾ ਇੱਕ ਨਿਜ਼ਾਮ ਸੀ, ਢੰਗ ਸੀ, ਤਰੀਕਾ ਸੀ। ਜਦੋਂ ਸਾਂਡਰਸ ਤੇ ਹਮਲਾ ਕਰਕੇ ਪਰਤਦੇ ਨੇ ਤਾਂ ਰੂਪ ਬਦਲ ਕੇ ਨਿਕਲਣਾ ਇਸ ਵਾਸਤੇ ਵੀ ਜ਼ਰੂਰੀ ਸੀ, ਕਿਉਂਕਿ ਸੁਰੱਖਿਆ ਔਰ ਇਨਕਲਾਬੀ ਕਾਰਜਾਂ ਦੀ ਪੂਰਤੀ ਵਾਸਤੇ ਉਹ ਸਾਰਾ ਕੁਝ ਉਹਨਾਂ ਨੂੰ ਕਰਨਾ ਹੀ ਪੈਣਾ ਸੀ। ਦੁਰਗਾ ਭਾਬੀ ਤੇ ਸਚਿੰਦਰ ਬਾਲ ਨਾਲ ਸੀ। ਫੈਲਟ ਹੈਟ ਦੀ ਤਸਵੀਰ ਪਾਪੂਲਰ ਹੋਈ, ਉਹ ਰੂਟੀਨ ਵਿੱਚ ਉਹ ਤਸਵੀਰ ਉਹਨਾਂ ਨਹੀਂ ਸੀ। ਇਸੇ ਤਰ੍ਹਾਂ ਹੀ ਜਿਵੇਂ ਉਹਨਾਂ ਦੀ ਜਿਹੜੀ ਦਸਤਾਰ ਵਾਲੀ ਪੱਗ ਬੜੀ ਪ੍ਰਚਲਿਤ ਹੈ, ਉਹ ਦਸਤਾਰ ਵਾਲੀ ਵੀ ਉਹਨਾਂ ਦੀ ਜਿਹੜੀ ਤਸਵੀਰ ਹੈ ਉਹ ਵੀ ਉਹਨਾਂ ਇੱਕ ਨਾਟਕ ਦੀ ਤਸਵੀਰ ਹੈ, ਡਰਾਮੇ ਦੀ ਤਸਵੀਰ ਹੈ। ਸੋ ਜਿਹੜੇ ਸਾਡੇ ਮੰਦਬੁੱਧੀ ਸਿਆਸਤਦਾਨ ਜਾਂ ਕੱਚ ਕਰੜ ਕਿਸਮ ਦੇ ਵਿਦਵਾਨ ਜਾਂ ਵੇਲੇ ਦਾ ਸੌਦਾ ਵੇਚਣ ਵਾਲੇ ਮੇਰੇ ਵਰਗੇ ਕੱਚੇ ਪਿੱਲੇ ਵਿਦਵਤਾ ਦੇ ਰਾਹ ਤੁਰੇ ਲੋਕ ਨੇ, ਉਹ ਇਸੇ ਗੱਲ ਤੇ ਝਗੜੀ ਜਾਂਦੇ ਨੇ ਕਿ ਭਗਤ ਸਿੰਘ ਦੇ ਕੜਾ ਪਾਇਆ ਸੀ ਨਹੀਂ ਸੀ ਪਾਇਆ, ਭਗਤ ਸਿੰਘ ਦੇ ਪੱਗ ਬੰਨੀ ਸੀ ਨਹੀਂ ਸੀ ਬੰਨੀ, ਭਗਤ ਸਿੰਘ ਦੀ ਟੋਪੀ ਸੀ ਨਹੀਂ ਸੀ। ਇਹ ਸਾਰਾ ਕੁਝ ਭਗਤ ਸਿੰਘ ਦੀ ਤੋਹੀਨ ਹੈ। ਭਗਤ ਸਿੰਘ ਦੇ ਮੱਥੇ 'ਚ ਕੀ ਸੀ? ਮੱਥੇ 'ਚ ਗਿਆਨ ਦਾ ਨੇਤਰ ਸੀ। ਹਿੱਕ 'ਚ ਕੀ ਸੀ? ਅਗਨ ਸੀ, ਲਗਨ ਸੀ। ਔਰ ਉਸ ਅਗਨ ਤੇ ਲਗਨ ਦੇ ਸਹਾਰੇ ਭਗਤ ਸਿੰਘ ਉਸਰਦਾ ਹੈ, ਨਾ ਕਿ ਭਗਤ ਸਿੰਘ ਇਕੱਲੀ ਦਸਤਾਰ ਥੱਲੇ ਵਾਲਾ ਸਿਰ ਹੈ, ਨਾ ਟੋਪੀ ਵਾਲਾ ਸਿਰ ਹੈ। ਕੜੇ ਤੋਂ ਬਿਨਾਂ ਵੀ ਭਗਤ ਸਿੰਘ ਹੈ, ਕਿਉਂਕਿ ਉਸਦੇ ਵਿਰਸੇ ਦੇ ਵਿੱਚ ਦਸ਼ਮੇਸ਼ ਪਿਤਾ ਦਾ ਉਹ ਪਰਚਮ ਹੈ, ਜਿਹੜਾ ਪਰਚਮ ਉਸਨੇ ਇੰਨਾ ਉੱਚਾ ਲਹਿਰਾਇਆ ਕਿ ਉਸ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਨਾਲ ਉਸ ਵਿਰਾਸਤ ਨਾਲ ਤੋੜ ਕੇ ਨਹੀਂ ਵੇਖ ਸਕਦੇ। ਇੱਥੋਂ ਤੱਕ ਵੀ ਨਹੀਂ, ਇੱਕ ਆਰੀਆ ਸਮਾਜ ਦੇ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਵੀ ਉਸ ਦਾ ਜਿਹੜਾ ਮਾਣ ਸਵੈਮਾਣ ਜਿਹੜਾ ਉਹ ਉਸ ਵਿਰਸੇ ਤੇ ਸੀ। ਉਹ ਜੇ ਓਮ ਨੂੰ ਪਿਆਰ ਕਰਦਾ ਸੀ ਤੇ ਇੱਕ ਓਂਕਾਰ ਨੂੰ ਉਸ ਤੋਂ ਵੱਧ ਮੁਹੱਬਤ ਕਰਦਾ ਸੀ। ਕਈ ਲੋਕ ਇਹ ਗੱਲ ਆਖਦੇ ਨੇ ਕਿ ਉਹਦੀਆਂ ਕਈ ਚਿੱਠੀਆਂ ਦੇ ਵਿੱਚ ਓਮ ਤੋਂ ਗੱਲ ਸ਼ੁਰੂ ਹੁੰਦੀ ਹੈ। ਇਹ ਕਿਉਂ ਭੁੱਲਦੇ ਹੋ ਕਿ ਇੱਕ ਬੱਚਾ ਜਦੋਂ ਅਜੇ ਕੱਚੀ ਮਿੱਟੀ ਹੈ ਤੇ ਉਹਦੇ ਪਰਿਵਾਰਕ ਮਾਹੌਲ ਨੇ ਜੋ ਦੇਣਾ ਉਹ ਕੁਛ ਉਹਨੇ ਹਾਸਲ ਕਰਨਾ ਹੈ। ਪਰ ਤਖਤ ਸਿੰਘ ਹੋਰਾਂ ਦਾ ਸ਼ੇਰ ਹੈ ਨਾ ਜਗਰਾਉਂ ਦੀ, ਤੁਹਾਡੇ ਸ਼ਾਇਰ ਸੀ ਬੜੇ ਵੱਡੇ, ਕਿ ਜਾਚਣਾ ਮੇਰੀ ਬੁਲੰਦੀ ਨੂੰ ਤਾਂ ਤੱਕੋ ਮੇਰਾ ਪਰਛਾਵਾਂ ਪਵੇ ਕਿੱਥੇ ਕੁ ਜਾ ਕੇ। ਜੇ ਭਗਤ ਸਿੰਘ ਦੀ ਬੁਲੰਦੀ ਤੱਕਣੀ ਹੈ ਨਾ ਤਾਂ ਤੁਸੀਂ 23 ਮਾਰਚ ਤੇ ਅਪੜੋ, ਜਦੋਂ ਓਲੰਪਿਕਸ 'ਚ ਗੋਲਡ ਮੈਡਲ ਜਿੱਤਿਆ ਨਾ, ਤੇ ਨਿੱਕੇ ਹੁੰਦਿਆਂ ਕਿਤੇ ਲੱਗਿਆ ਠੇਡਾ ਨਹੀਂ ਗਿਣੀਦਾ ਹੁੰਦਾ ਕਿ ਇਹਨੂੰ ਨਿੱਕੇ ਹੁੰਦਿਆਂ ਠੇਡਾ ਲੱਗ ਗਿਆ ਸੀ, ਡਿੱਗਿਆ ਸੀ, ਇਹਨੂੰ ਅਸੀਂ ਦੇਖਿਆ ਜੀ, ਅਸੀਂ ਚੱਕਿਆ ਸੀ ਜੀ। ਇਹ ਵੇਖੋ ਕਿ ਓਲੰਪਿਕਸ ਦੇ ਵਿੱਚ ਗੋਲਡ ਮੈਡਲ ਕੌਣ ਜਿੱਤ ਕੇ ਆਇਆ। ਸ਼ਹੀਦ ਭਗਤ ਸਿੰਘ ਸਾਡੇ ਸਵੈਮਾਣ ਦਾ ਨਾਂ ਹੈ, ਜਿਸ ਬਾਰੇ ਰਾਜ ਕਸ਼ਮੀਰੀ ਦਾ ਇੱਕ ਸ਼ੇਰ ਬੜਾ ਕਮਾਲ ਦਾ ਹੈ। ਵਤਨਾਂ ਦੇ ਲੇਖੇ ਲੱਗਦਾ ਏ ਇੱਕ ਇੱਕ ਅਰਮਾਨ ਸ਼ਹੀਦਾਂ ਦਾ, ਕਿ ਦੇਸ਼ ਦੀ ਖਾਤਰ ਮਰਨਾ ਹੀ ਹੁੰਦਾ ਈਮਾਨ ਸ਼ਹੀਦਾਂ ਦਾ। ਦੇ ਕੁਰਬਾਨੀ ਵੀਰਾਂ ਦੀ ਹਰ ਕੌਮ ਜਵਾਨੀ ਚੜ੍ਹਦੀ ਹੈ। ਮਿੱਤਰ ਪਿਆਰਿਓ, ਇਹ ਵੀ ਰਾਜ ਕਸ਼ਮੀਰੀ ਹੋਰਾਂ ਆਖਿਆ ਸੀ ਕਿਸੇ ਵਕਤ ਕਿ ਉੱਠ ਬਦਲੀ ਨਹੀਂ ਇਨਸਾਨ ਦੀ ਤਕਦੀਰ ਹਾਲੇ ਵੀ, ਨਜ਼ਰ ਸਖਣੀ ਏ ਤੇ ਗਲਮਾ ਲੀਰੋ ਲੀਰ ਹਾਲੇ ਵੀ, ਤੇ ਵਾਜਾਂ ਮਾਰਦੀ ਏ ਦੇਸ਼ ਦੀ ਭਟਕੀ ਜਵਾਨੀ ਨੂੰ, ਮਾਨਵਤਾ ਦੇ ਪੈਰੀਂ ਛਣਕਦੀ ਜੰਜੀਰ ਹਾਲੇ ਵੀ। ਅਸੀਂ ਸਾਰੇ ਰਸਮਾਂ ਦੇ ਗੁਲਾਮ ਹਾਂ। ਰਸਮੀ ਤੌਰ ਦੇ ਉੱਤੇ ਜਨਮ ਦਿਨ ਵੀ ਮਨਾਉਂਦੇ ਹਾਂ, ਬਰਸੀਆਂ ਵੀ ਮਨਾਉਂਦੇ ਹਾਂ। ਉਦੋਂ ਬਾਅਦ 'ਚ ਤੰਬੂ ਵਾਲਾ ਤੰਬੂ ਦੇ ਪੈਸੇ ਲੈ ਜਾਂਦਾ, ਰੋਟੀ ਵਾਲੇ ਰੋਟੀ ਦੇ ਪੈਸੇ ਲੈ ਜਾਂਦੇ ਨੇ, ਤੇ ਖਾਲੀ ਲਿਫਾਫੇ ਹਵਾ ਦੇ ਵਿੱਚ ਉੱਥੇ ਕੂੜਾ ਬਣ ਜਾਂਦੇ ਨੇ। ਇਹ ਕੋਈ ਅੰਦਾਜ਼ ਨਹੀਂ। ਮੈਂ ਆਪਣੇ ਪੁੱਤਰਾਂ ਨੂੰ ਬੇਨਤੀ ਕਰਾਂਗਾ, ਰਾਜੂ ਨੂੰ, ਰਾਣੇ ਨੂੰ, ਕਿ ਬੱਚਿਓ ਅਗਲੀ ਵਾਰ ਜਦੋਂ ਤੁਸੀਂ ਸਮਾਗਮ ਰਚਾਉਣਾ ਤਾਂ ਸ਼ਹੀਦ ਭਗਤ ਸਿੰਘ ਦੇ ਲਿਖਤਾਂ ਜਾਂ ਹੋਰ ਕਿਸੇ ਇਨਕਲਾਬੀ ਸੂਰਮੇ ਦੀਆਂ ਲਿਖਤਾਂ ਜਿਹੜੀਆਂ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਣ, ਉਹਨਾਂ ਨੂੰ ਲਾਜ਼ਮੀ ਆਪਣੇ ਹਿੱਸਾ ਲੈਣ ਆਏ, ਸਮਾਗਮ ਸ਼ਾਮਲ ਹੋਣ ਆਏ ਮਿੱਤਰ ਪਿਆਰਿਆਂ 'ਚ ਵੰਡੋ। ਉਹਦਾ ਕੀ ਫਾਇਦਾ ਹੋਵੇਗਾ ਕਿ ਜਦੋਂ ਅਗਲੀ ਵਾਰ ਤੁਹਾਡੇ ਕੋਲ ਆਉਣਗੇ ਤਾਂ ਭਗਤ ਸਿੰਘ ਦੇ ਨਾਲ ਤੁਰ ਕੇ ਆਉਣਗੇ। ਭਗਤ ਸਿੰਘ ਦੇ ਨਾਲ ਤੁਰਨ ਵਾਸਤੇ ਬਹੁਤ ਜ਼ਰੂਰੀ ਹੈ ਸ਼ਬਦ ਸੱਭਿਆਚਾਰ ਦੀ ਸਾਦਗੀ ਭਰੀ, ਉਸ ਮੁਹੱਬਤ ਦੇ ਅੰਦਾਜ਼ ਵਾਲੀ ਮਿੱਤਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਅੰਤ ਵਿੱਚ ਮੈਂ ਆਪਣੀ ਇੱਕ ਨਜ਼ਮ ਨਾਲ ਇਹ ਗੱਲ ਮੁਕਾਵਾਂਗਾ।
ਮੈਂ ਇੱਕ ਨਜ਼ਮ ਲਿਖੀ ਸੀ, ਸ਼ਹੀਦ ਬੋਲਦਾ ਹੈ ਕਿ ਜਿਹੜੀ ਉਮਰੇ ਬਾਲ ਖੇਡਣ ਗੁੱਲੀ ਡੰਡਾ, ਬੰਟਿਆਂ ਤੇ ਚੋਟ ਲਾਉਂਦੇ, ਮਿੱਟੀ ਗੋ ਕੇ ਘਰ ਬਣਾਉਂਦੇ, ਇੱਕ ਦੂਜੇ ਨਾਲ ਲੜਦੇ, ਦੂਸਰੇ ਦਾ ਘਰ ਨਿਟਾਉਂਦੇ, ਉਹ ਬੰਦੂਕਾਂ ਬੀਜਦਾ ਸੀ। ਉਹ ਇਕੱਲਾ ਸੋਚਦਾ ਸੀ, ਸਾਡੇ ਘਰ ਜਿਹੜੀ ਵੀ ਚਿੱਠੀ ਡਾਕ ਆਉਂਦੀ ਉਸ ਨੂੰ ਕੋਈ ਤੀਸਰਾ ਕਿਉਂ ਖੋਲ੍ਹਦਾ ਹੈ। ਪੜ੍ਹਨ ਮਗਰੋਂ ਮੇਰੀ ਮਾਂ ਤੇ ਚਾਚੀਆਂ ਨੂੰ ਪੁੱਠਾ ਸਿੱਧਾ ਬੋਲਦਾ ਹੈ। ਮਾਂ ਨੂੰ ਪੁੱਛੇ ਮੇਰੇ ਚਾਚੇ ਕਿਉਂ ਨਹੀਂ ਕਦੇ ਘਰ ਨੂੰ ਆਉਂਦੇ, ਉਹ ਭਲਾ ਕਿਹੜੀ ਕਮਾਈ ਲੋਕਾਂ ਤੋਂ ਵੱਖਰੀ ਕਮਾਉਂਦੇ। ਦੱਸਦੀ ਚੇਤਨ ਚਾਚੀ ਨਾਮ ਕੌਰ, ਤੇਰੇ ਦੋਹਾਂ ਚਾਚਿਆਂ ਦੀ ਜੱਗ ਤੋਂ ਵੱਖਰੀ ਹੈ ਤੋਰ, ਉਹ ਫਰੰਗੀ ਰਾਜ ਤੋਂ ਬਾਗੀ ਬਣੇ ਨੇ। ਤੌਣ ਉੱਚੀ ਕਰ ਖੜੇ ਮੁੱਕੇ ਤਣੇ ਨੇ, ਗੋਰਿਆਂ ਨੇ ਫੜ ਉਹਨਾਂ ਨੂੰ ਜੇਲ੍ਹ ਪਾਇਆ ਤੇ ਇਲਾਕੇ ਵਿੱਚ ਇਹ ਫਰਮਾਨ ਲਾਇਆ, ਇਹ ਫਰੰਗੀ ਰਾਜ ਦੇ ਦੁਸ਼ਮਣ ਨੇ ਵੱਡੇ, ਸਾਡੇ ਘਰ ਦੇ ਚਾਰ ਪਾਸੇ ਤਾਂ ਹੀ ਉਹਨਾਂ ਸੂਝੇ ਛੱਡੇ। ਸਾਡੇ ਆਪਣੇ ਸਕਿਆਂ ਨੇ ਕਰ ਗਦਾਰੀ, ਲੈ ਲਈ ਹੈ ਚਾਚੇ ਨੇ ਹੀ ਜੈਲਦਾਰੀ। ਇਸੇ ਕਰਕੇ ਸਾਡਾ ਰਾਹ ਸੌਖਾ ਨਹੀਂ ਹੈ, ਪਰ ਜੇ ਲੋਕੀ ਜਾਗ ਉੱਠਣ ਸਾਥ ਦੇਵਣ, ਇਹ ਕੋਈ ਔਖਾ ਨਹੀਂ ਹੈ। ਉਸ ਨੂੰ ਇਹ ਸਵਾਲ ਹਰ ਪਲ ਡੰਗਦਾ ਸੀ ਤੇ ਉਹ ਕਾਲੇ ਵਕਤ ਪਾਸੋਂ ਇਹਦਾ ਉੱਤਰ ਮੰਗਦਾ ਸੀ। ਬੋਲਦੇ ਸਾਰੇ ਨੇ ਇੱਥੇ, ਜਾਗਦਾ ਕੋਈ ਨਹੀਂ, ਸਫ਼ਰ ਵਿੱਚ ਹਾਂ ਆਖਦੇ ਨੇ ਤੁਰ ਰਿਹਾ ਕੋਈ ਨਹੀਂ। ਇਸ ਜਗ੍ਹਾ ਕਿਉਂ ਦੰਦਨੋਂ ਦਾ ਚੁੱਪ ਖਿਲਾ ਹੈ, ਮਰ ਰਿਹਾ ਜੀਵਨ ਦਾ ਚਾਹ ਹੈ। ਏਡੀ ਡੂੰਗੀ ਚੁੱਪ ਨੂੰ ਮੈਂ ਕਿੰਜ ਤੋੜਾਂ, ਤੇ ਸਮੇਂ ਦੀ ਬਾਗ ਨੂੰ ਮੈਂ ਕਿੰਜ ਮੋੜਾਂ। ਫਿਰ ਅਚਾਨਕ ਸੋਚ ਆਵੇ, ਜੇ ਨਹੀਂ ਸੁਣਦੇ ਤਾਂ ਲੋਕੀ ਨਾ ਸਹੀ, ਅਸਰ ਰੱਖਦੀ ਹੈ ਹਮੇਸ਼ਾ ਗੱਲ ਕਹੀ। ਦੂਰ ਥਾਂ ਇੱਥੇ ਜਾਂ ਕਿਧਰੇ ਹੋਰ ਥਾਵੇਂ, ਤੁਰ ਰਿਹਾ ਹਰ ਸ਼ਖਸ ਮੇਰਾ ਆਪਣਾ ਹੈ, ਬੋਲਦਾ ਹਰ ਆਦਮੀ ਮੇਰਾ ਭਰਾ ਹੈ। ਤਪ ਰਿਹਾ ਮੈਂ ਹੀ ਹਾਂ ਹਰ ਥਾਂ, ਧਰਮ ਬਦਲਣ ਨਾਲ ਬਦਲੇ ਮੇਰਾ ਨਾਂ, ਤਰਤ ਬਦਲਣ ਨਾਲ ਬਦਲੇ ਮੇਰਾ ਨਾਂ। ਆਖਦਾ ਹੋ ਜੇ ਭਲਾ ਪੁੱਛੋਗੇ ਮੈਨੂੰ, ਤੂੰ ਗੁਲਾਮੀ ਨੂੰ ਕਿਹੋ ਜਿਹੀ ਸਮਝਦਾ ਹੈ। ਮੈਂ ਕਹੂੰ ਔਰਤ ਦੇ ਪੈਰੀਂ ਛਣਕਦੀ ਪੰਜੇਬ ਵਰਗੀ, ਜੇ ਕਹੋਗੇ ਜ਼ੁਲਮ ਦੀ ਸੂਰਤ ਪਛਾਣ। ਮੈਂ ਕਹੂੰ ਗੋਰਾ ਫਰੰਗੀ, ਫਿਰ ਕਹਾਂਗਾ ਬੀਤਿਆਂ ਵਕਤਾਂ 'ਚ ਔਰੰਗਜ਼ੇਬ ਵਰਗੀ। ਫਿਰ ਉੱਚੀ ਆਵਾਜ਼ ਮਾਰੇ ਤੇ ਉਚਾਰੇ, ਇਸ ਧਰਤੀ ਨੂੰ ਸੁਹਾਗਣ ਕਰਨ ਵਾਲੇ, ਮਾਂਗ ਅੰਦਰ ਖੂਨ ਦਾ ਸੰਧੂਰ ਹੱਥੀਂ ਭਰਨ ਵਾਲੇ, ਦੂਰ ਕਾਫੀ ਦੂਰ ਤੁਰ ਕੇ ਜਾਪਦੇ ਨੇ। ਉਸ ਨੂੰ ਇਹ ਵੀ ਪਤਾ ਸੀ ਉਸ ਦੇ ਵੱਡਿਆਂ ਨੇ ਪੱਗ ਸਾਂਭਣ ਦੀ ਪਹਿਲੀ ਬਾਤ ਪਾਈ, ਸੌਂ ਰਹੀ ਜਨਤਾ ਜਗਾਈ ਰੀਤ ਪਾਈ। ਜ਼ੁਲਮ ਦੇ ਅੱਗੇ ਖਲੋਈਏ ਹਿੱਕ ਤਣ ਕੇ, ਜੀਵੀਏ ਤਾਂ ਜੀਵੀਏ ਸਰਦਾਰ ਬਣ ਕੇ। ਜੱਲਿਆਂ ਵਾਲੇ 'ਚ ਜਦ ਕਤਲਾਮ ਹੋਇਆ, ਉਹ ਅਜੇ ਬੱਚਾ ਸੀ ਭਾਵੇਂ, ਕਹਿਣ ਲੱਗਾ ਕਹਿਰ ਹੋਇਆ। ਤੁਰ ਲਾਹੌਰੋਂ ਆ ਗਿਆ ਉਹ ਰਾਤੋਂ ਰਾਤ ਅੰਮ੍ਰਿਤਸਰ, ਉਸਦੇ ਮਨ ਅੰਦਰ ਨਹੀਂ ਸੀ ਕੋਈ ਵੀ ਡਰ। ਰੱਤ ਭਿੱਜੀ ਮਿੱਟੀ ਉਸ ਸ਼ੀਸ਼ੀ 'ਚ ਪਾਈ, ਕਸਮ ਖਾਈ ਜ਼ੁਲਮ ਤੇ ਜ਼ਾਲਮ ਨੂੰ ਇੱਥੋਂ ਕੱਢਣਾ ਹੈ, ਕਰਨੀਆਂ ਆਜ਼ਾਦ ਪਾਉਣਾ ਧੁੱਪਾਂ ਛਾਵਾਂ, ਜੂੜ ਗੋੜੇ ਸ਼ਾਹੀ ਦਾ ਹੁਣ ਵੱਢਣਾ ਹੈ, ਜੂੜ ਗੋਰੇ ਸ਼ਾਹੀ ਦਾ ਹੁਣ ਵੱਢਣਾ ਹੈ, ਕਰਨੀਆਂ ਆਜ਼ਾਦ ਪਾਉਣਾ ਧੁੱਪਾਂ ਛਾਵਾਂ। ਨਾਲ ਉਹਦੇ ਰਲ ਗਏ ਕੁਝ ਹਮ ਖਿਆਲ, ਮੁਕਤੀਆਂ ਦੇ ਪਾਂਦੀਆਂ ਤੋਂ ਫੜ ਮਿਸਾਲ, ਕਾਫਲਾ ਬਣ ਤੁਰ ਪਿਆ ਬੇਮਿਸਾਲ। ਵਿਸ਼ਵ ਦਰਸ਼ਨ ਨਾਲ ਉਸ ਮੱਥਾ ਜਗਾਇਆ, ਹਾਣੀਆਂ ਨੂੰ ਕਹਿ ਸੁਣਾਇਆ, ਹਰ ਜਗ੍ਹਾ ਸ਼ਸਤਰ ਨਹੀਂ ਹਥਿਆਰ ਹੁੰਦਾ, ਬਹੁਤ ਵਾਰੀ ਸ਼ਾਸਤਰ ਵੀ ਯਾਰ ਹੁੰਦਾ। ਉਹ ਕਿਤਾਬਾਂ ਬਹੁਤ ਪੜ੍ਹਦਾ, ਬਹੁਤ ਪੀਂਦਾ, ਸ਼ਬਦ ਉਸਦੀ ਸੋਝੀ ਦੇ ਨਾਲ ਜੀਂਦਾ, ਸ਼ਬਦ ਸੋਝੀ ਨਾਲ ਜੀਂਦਾ। ਆਪ ਲਿਖਦਾ ਜਦ ਕਦੇ ਵੀ ਹਨੇਰਿਆਂ ਦੇ ਜਾਲ ਤਾਰੋ ਤਾਰ ਕਰਦਾ, ਹਨੇਰਿਆਂ ਦੇ ਜਾਲ ਤਾਰੋ ਤਾਰ ਕਰਦਾ, ਦੇਸ਼ ਦੇ ਫਿਕਰਾਂ ਜੀਂਦਾ ਨਾਲ ਮਰਦਾ। ਵਿਸ਼ਵ ਦੇ ਯੋਧੇ ਉਹਦੇ ਸੰਗੀ ਬਣੇ ਸੀ, ਵੱਖ-ਵੱਖ ਥਾਵਾਂ ਤੇ ਜੋ ਸੋਚਾਂ ਜਣੇ ਸੀ। ਬੰਬ ਤੇ ਪਿਸਤੌਲ ਵੀ ਸਾਥੀ ਬਣਾਏ, ਪਰ ਇਰਾਦਾ ਸਾਫ਼ ਸੀ ਕਿ ਉਸਦੇ ਹੱਥੋਂ ਨਾ ਬੇਦੋਸ਼ੀ ਜਾਨ ਜਾਏ। ਚਮਕਿਆ ਸੂਰਜ ਦੇ ਵਾਂਗੂ ਦੇਸ਼ ਅੰਦਰ, ਪਰ ਕਦੇ ਪਰਵਾਨਿਆ ਨਾ ਪੋਰਬੰਦਰ। ਉਸਨੇ ਗਾਇਆ ਸੀ ਇੱਕੋ ਹੀ ਤਰਾਨਾ, ਬਣ ਨਹੀਂ ਦੇਣਾ ਵਤਨ ਨੂੰ ਜੇਲ੍ਹ ਖਾਨਾ, ਆਪਣੀ ਹੋਣੀ ਨੂੰ ਆਪੇ ਹੀ ਲਿਖਾਂਗੇ। ਦੂਸਰੇ ਦਾ ਹੁਕਮ ਕਿਉਂ ਰਾਹ ਵਿੱਚ ਖਲੋਏ, ਜਾਗ ਉੱਠਦੇ ਸੁਪਨ ਸੁੱਤੇ ਬਿਰਧ ਬੱਚੇ, ਉਸ ਦੇ ਹਰ ਬੋਲ ਵਿੱਚੋਂ ਰੱਤ ਚੋਏ। ਉਸ ਦੇ ਸਿਰ ਬੋਲਦਾ ਇੱਕੋ ਜਨੂਨ, ਬਣਦੇ ਕਿਉਂ ਨੇ ਰਾਤ ਦਿਨ ਕਾਲੇ ਕਾਨੂੰਨ। ਦੇਸ਼ ਦੀ ਦੌਲਤ ਬੇਗਾਨੇ ਲੁੱਟਦੇ ਨੇ, ਜਿਸ ਨੂੰ ਜਿੱਥੇ ਜੀਚ ਆਵੇ, ਅਮਨ ਤੇ ਕਾਨੂੰਨ ਦਾ ਕਰਕੇ ਬਹਾਨਾ। ਆਪ ਹੀ ਬਣ ਬਹਿੰਦੇ ਮੁਨਸਫ, ਚੌਂਕ ਵਿੱਚ ਢਾਹ ਕੁੱਟਦੇ ਨੇ, ਜਿਸ ਨੂੰ ਜਿੱਥੇ ਜੀ ਚਾਵੇ ਛਾਂਗ ਦਿੰਦੇ, ਪਾੜ ਦਿੰਦੇ, ਉਮਰ ਕੈਦਾਂ ਨਰਕ ਕੁੰਡੀ, ਫਾਂਸੀਆਂ ਤੇ ਝਾੜ ਦਿੰਦੇ। ਰਹਿਣ ਦੇਣਾ ਹੁਣ ਨਹੀਂ ਕੋਈ ਵੀ ਸੰਗਲ, ਦੇਸ਼ ਹੈ ਇਹ ਨਹੀਂ ਕੋਈ ਵੀ ਜੰਗਲ। ਰੋਜ਼ ਨਹੀਂ ਝੱਲਣੀ ਭਰਾਵੋ ਹੁਣ ਜ਼ਲਾਲਤ, ਆਪਣੇ ਵਿਸ਼ਵਾਸ ਦੀ
ਉਸ ਆਪ ਕੀਤੀ ਸੀ ਵਕਾਲਤ, ਬੋਲਦੀ ਕੀ ਉਸ ਦੇ ਅੱਗੇ ਅਦਾਲਤ। ਮੁਨਸਫਾਂ ਨੂੰ ਉਸ ਹਰ ਵਾਰੀ ਸੁਣਾਇਆ, ਫੈਸਲਾ ਦਿੰਦੇ ਹੋ ਮਾਲਕ ਜੋ ਲਿਖਾਇਆ। ਹੱਕ ਤੇ ਇਨਸਾਫ ਦੀ ਰਾਖੀ ਕਰਿਆ ਕਰੋ, ਆਪਣੀ ਨਜ਼ਰੋਂ ਨਾ ਡਿੱਗੋ, ਕੌਡਾਂ ਬਦਲੇ ਰੋਜ਼ ਨਾ ਮਰਿਆ ਕਰੋ। ਮੈਂ ਹਕੂਮਤ ਤੋਂ ਕਦੇ ਡਰਨਾ ਨਹੀਂ ਹੈ, ਫਾਂਸੀ ਚੜ੍ਹ ਕੇ ਵੀ ਕਦੇ ਮਰਨਾ ਨਹੀਂ ਹੈ। ਮੈਂ ਤਾਂ ਸੂਰਜ ਹਾਂ, ਉਦੇ ਹੋਵਾਂਗਾ ਫੇਰ। ਜ਼ਿੰਮੇਵਾਰੀ ਹੈ ਮਿਟਾਉਣਾ ਕੂੜ ਨੇਰ, ਨਰਮਪੰਥੀ ਅਰਜ਼ਮੰਦਾਂ ਨੂੰ ਵੀ ਸਿੱਧਾ ਆਖਿਆ ਸੀ। ਐਵੇਂ ਇਹ ਹਥਿਆਰ ਤੱਕ ਕੇ ਦੋਸ਼ ਨਾ ਝੂਠੇ ਘੜੋ, ਵਿਸ਼ਵ ਦਰਸ਼ਨ ਨਾਲ ਵੀ ਕੁਝ ਸਾਂਝ ਪਾਓ ਤੇ ਪੜ੍ਹੋ। ਆਖਦੀ ਹੈ ਮੁਕਤੀਆਂ ਦੀ ਹਰ ਕਿਤਾਬ, ਲੋਕ ਮੁਕਤੀ ਦਾ ਵਸੀਲਾ ਸਿਰਫ ਇੱਕੋ ਇਨਕਲਾਬ, ਇਨਕਲਾਬ, ਇਨਕਲਾਬ। ਕੌਮ ਨੂੰ ਕਿੰਨਾ ਕੁ ਚਿਰ ਰੱਖੋਗੇ ਹਾਲੇ ਨਾਰਿਆਂ ਵਿੱਚ, ਹੋਰ ਨਾ ਪਚੇਗੀ ਹੁਣੇ ਲਾਰਿਆਂ ਵਿੱਚ, ਹੋਰ ਨਾ ਪਰਚੇਗੀ ਹੁਣੇ ਲਾਰਿਆਂ ਵਿੱਚ। ਦੇਸ਼ ਨੂੰ ਗੁਰਬਤ ਹਨੇਰਾ ਖਾ ਰਿਹਾ ਹੈ, ਦੇਸ਼ ਦਾ ਸਰਮਾਇਆ ਕਿੱਥੇ ਜਾ ਰਿਹਾ ਹੈ। ਦੇਸ਼ ਦੀ ਪੀੜਾ ਨੂੰ ਜਾਣੋ ਤੇ ਪਛਾਣੋ, ਅੱਜ ਵੀ ਉਹੀ ਸਵਾਲ ਕਰ ਰਹੇ ਲੋਕਾਂ ਨੂੰ ਫਿਰ ਹਲਾਲ। ਮੈਂ ਸ਼ਹਾਦਤ ਦੇਣ ਲਈ ਹਾਜ਼ਰ ਖੜਾ ਹਾਂ, ਮੈਂ ਤਾਂ ਲੰਮੇ ਸਫ਼ਰ ਦਾ ਕੇਵਲ ਪੜਾਅ ਹਾਂ। ਦੋਸਤੋ, ਅੱਜ ਲੋਕ ਹੱਕਾਂ ਦੀ ਲੜਾਈ ਲੜਦੇ ਸਾਡੇ ਸੂਰਮੇ, ਚਾਹੇ ਖੇਤੀ ਕਾਨੂੰਨ ਦੇ ਵਿਰੋਧੀ ਨੇ ਜਾਂ ਆਪੋ ਆਪਣੇ ਰੁਜ਼ਗਾਰ ਪ੍ਰਾਪਤੀ ਵਾਸਤੇ ਵੱਖ-ਵੱਖ ਥਾਵਾਂ ਤੇ ਅਰਜ਼ੀਆਂ ਵੀ ਦੇ ਰਹੇ ਨੇ, ਅਰਜ਼ਾਂ ਵੀ ਕਰ ਰਹੇ ਨੇ, ਕੁਟਾਪੇ ਵੀ ਖਾ ਰਹੇ ਨੇ, ਪਰ ਨਿਜ਼ਾਮ ਨੂੰ ਇੱਕੋ ਫਿਕਰ ਹੈ, ਅਗਲੀਆਂ ਚੋਣਾਂ ਕਿਵੇਂ ਜਿੱਤਣੀਆਂ ਨੇ। ਤੁਸੀਂ ਜਿੱਤੋ ਭਾਵੇਂ ਹਾਰੋ, ਪਰ ਅਸਲੀ ਲੜਾਈ ਹਾਰ ਚੁੱਕੇ ਹੋ। ਉਹ ਲੜਾਈ ਸਿਆਸਤਦਾਨੋਂ ਇਹ ਹੈ ਕਿ ਨਾ ਸਾਡੇ ਕੋਲ ਸਾਡੇ ਸੁਪਨਿਆਂ ਦੇ ਹਾਣ ਦੇ ਸਕੂਲ ਨੇ, ਨਾ ਸਾਡੀ ਸਿਹਤਯਾਬੀ ਲਈ ਹਸਪਤਾਲ ਨੇ, ਤੇ ਨਾ ਬੁਨਿਆਦੀ ਢਾਂਚਾ ਹੈ ਜਿਸ ਵਿੱਚ ਸਧਾਰਨ ਬੰਦੇ ਨੂੰ ਸੁੱਖ ਮਿਲਦਾ ਹੋਵੇ। ਤੁਸੀਂ ਮਾਲ ਬਣਾ ਦਿੱਤੇ, ਹੱਟੀਆਂ ਖਾ ਲਈਆਂ। ਤੁਸੀਂ 5 ਮਾਰਗੀ, 6 ਮਾਰਗੀ, 8 ਮਾਰਗੀ ਸੜਕਾਂ ਬਣਾ ਲਈਆਂ, ਪੈਦਲ ਬੰਦੇ ਕੋਲੋਂ ਸੜਕਾਂ ਖੋਹ ਲਈਆਂ। ਆਪਣੇ ਅੰਦਰ ਝਾਤੀ ਮਾਰੋ, ਮੁੜ ਸੋਚ ਵਿਚਾਰੋ, ਆਮ ਆਦਮੀ ਦੇ ਸਰਬਪੱਖੀ ਵਿਕਾਸ ਦਾ ਮਾਡਲ ਉਸਾਰੋ। ਮਿੱਤਰ ਪਿਆਰਿਓ, ਹਕੂਮਤ ਦਾ ਅਰਥ ਇਹੀ ਹੁੰਦਾ ਕਿ ਲੋਕਾਂ ਨੂੰ ਸੁੱਖ ਮਿਲੇ, ਸਿਰਫ ਸੁਰੱਖਿਆ ਕਵਚ ਦੇ ਅੰਦਰ ਰਹਿ ਕੇ। ਜੇਕਰ ਤੁਸੀਂ ਸਿਰਫ ਹਕੂਮਤ ਰਾਹੀਂ ਹੁਕਮ ਕਰਨਾ ਜਾਣਦੇ ਹੋ ਤਾਂ ਮਤ ਸੋਚੋ ਕਿ ਵਕਤ ਸਾਨੂੰ, ਤੁਹਾਨੂੰ ਸਾਰਿਆਂ ਨੂੰ ਕਦੇ ਮੁਆਫ ਨਹੀਂ ਕਰੇਗਾ। ਹਕੂਮਤ ਵੀ ਮਨਾਂ ਤੇ ਹੋਵੇ ਤਾਂ ਚਿਰਜੀਵੀ ਹੁੰਦੀ ਹੈ, ਜੇ ਧਰਤੀ ਤੇ ਹੋਵੇ ਤਾਂ ਧਰਤੀ ਤੁਹਾਨੂੰ ਆਪਣੀ ਬੁੱਕਲ 'ਚ ਲੈਣ ਲੱਗਿਆ ਮਿੰਟ ਲਾਉਂਦੀ ਹੈ। ਤੇ ਕਬਰਾਂ 'ਚ ਪਏ ਬੰਦੇ, ਚਾਹੇ ਔਰੰਗਜ਼ੇਬ ਹੋਣ, ਸਿਕੰਦਰ ਹੋਣ ਜਾਂ ਕੋਈ ਹੋਰ ਹੋਵੇ, ਉਸ ਨੂੰ ਬੇਪਛਾਣ ਚਿਹਰਾ ਬਣਾ ਦਿੰਦੀ ਹੈ, ਖਾ ਜਾਂਦੀ ਹੈ। ਇਸ ਕਰਕੇ ਇਸ ਤੋਂ ਪਹਿਲਾਂ ਕਿ ਤੁਸੀਂ ਮਿੱਟੀ ਦੀ ਖੁਰਾਕ ਬਣੋ, ਲੋਕਾਂ ਵਾਸਤੇ ਸੋਚੋ। ਵਕਤ ਹੈ ਭਗਤ ਸਿੰਘ ਨੂੰ ਚੇਤੇ ਕਰਨ ਦੇ ਬਹਾਨੇ ਆਪਣੇ ਆਪ ਨਾਲ ਇਕਰਾਰ ਕਰੋ ਕਿ ਅਸੀਂ ਸਾਰੇ ਰਲ ਕੇ ਇਸ ਦਿਨ ਨੂੰ ਇਕਰਾਰਨਾਮੇ ਦੇ ਰੂਪ 'ਚ ਅੱਗੇ ਲੈ ਕੇ ਜਾਵਾਂਗੇ। ਮੈਨੂੰ ਮਾਣ ਆ ਕਿ ਜਗਰਾਓਂ ਦੇ ਵਿੱਚ ਇਹ ਗੱਲਾਂ ਮੇਰੇ ਪੁੱਤਰਾਂ ਨੇ, ਰਾਜੂ ਨੇ ਜਿਹੜਾ ਹੁਣ ਵਕੀਲ ਵੀ ਹੈ, ਰਾਣਾ ਜਿਹੜਾ ਮਿਊਨਿਸਪੈਲਿਟੀ ਦਾ ਪ੍ਰਧਾਨ ਵੀ ਹੈ, ਮੇਰੇ ਯਾਰ ਦੀਆਂ 2 ਨਿਸ਼ਾਨੀਆਂ ਨੇ, ਮੇਰੇ ਵੱਡੇ ਵੀਰ ਦੀਆਂ 2 ਨਿਸ਼ਾਨੀਆਂ ਨੇ। ਇਹਨਾਂ ਰਾਹੀਂ ਮੈਂ ਸਾਰੇ ਜਗਰਾਓਂ ਨੂੰ ਸਲਾਮ ਆਖਦਾ, ਜਿੱਥੇ ਮੈਂ 7 ਸਾਲ ਲਾਜਪਤ ਰਾਏ ਮੈਮੋਰੀਅਲ ਕਾਲਜ 'ਚ ਪੜ੍ਹਾਉਂਦਿਆਂ ਮੁਹੱਬਤ ਦਾ ਐਡਾ ਵੱਡਾ ਤਰੌਂਕਾ ਆਪਣੀ ਰੂਹ 'ਤੇ ਪ੍ਰਵਾਨ ਕੀਤਾ, ਜਿਹੜਾ ਹੁਣ ਤੱਕ ਵੀ ਮੈਨੂੰ ਬਹੁਤ ਨਿੱਘ ਦਿੰਦਾ, ਸਵਾਦ ਦਿੰਦਾ, ਅੰਦਰੇ ਅੰਦਰ ਇੱਕ ਤਸੱਲੀ ਦਿੰਦਾ। ਸੋ ਮਿੱਤਰੋ ਪਿਆਰਿਓ, ਮੇਰੀਆਂ ਗੱਲਾਂ ਜੇਕਰ ਤੁਹਾਨੂੰ ਕਿਣਕਾ ਮਾਤਰ ਵੀ ਠੀਕ ਲੱਗਣ ਤਾਂ ਅੱਗੇ ਵੰਡਣ ਦੀ ਕੋਸ਼ਿਸ਼ ਕਰਿਓ। ਮੇਰੀ ਮਜਬੂਰੀ ਹੈ ਕਿ ਮੈਂ ਅੱਜ ਲੁਧਿਆਣੇ GGN ਖਾਲਸਾ ਕਾਲਜ ਇੱਕ ਸਮਾਗਮ 'ਤੇ ਜਾਣ ਕਰਕੇ, ਜਿੱਥੇ ਮੇਰੇ ਗੁਰੂਦੇਵ ਡਾਕਟਰ SP ਸਿੰਘ ਨੇ ਮੈਨੂੰ ਬੁਲਾਇਆ ਹੋਇਆ, ਪਹਿਲਾਂ ਪ੍ਰਵਾਨ ਕੀਤਾ ਹੋਇਆ ਸੀ, ਉੱਥੇ ਮੈਂ ਲੇਟ ਵੀ ਹੋ ਸਕਦਾ। ਜੇ ਮੈਂ ਸਮੇਂ ਸਿਰ ਵਿਹਲਾ ਹੋ ਗਿਆ ਮੈਂ ਆਉਣ ਦੀ ਕੋਸ਼ਿਸ਼ ਪੂਰੀ ਕਰਾਂਗਾ, ਪਰ ਜੇ ਨਾ ਆ ਸਕਿਆ ਤਾਂ ਮੇਰੇ ਸ਼ਬਦ ਪ੍ਰਵਾਨ ਕਰਿਓ। ਪਿਆਰੇ, ਬਹੁਤ ਪਿਆਰੇ ਜਗਰਾਓਂ ਵਾਸੀਓ, ਬਹੁਤ ਬਹੁਤ ਧੰਨਵਾਦ, ਸ਼ੁਕਰਾਨਾ ਤੁਹਾਡਾ।